गिरते हैं शहसवार ही मैदान जंग में, वो लिफ्ट क्या गिरे जो घुटनों के बल चले। नमस्कार जी, मैं रमनप्रीत लैके हाज़र हाँ प्रोग्राम आ छूला जिंदगी दा अगला पन्ना। ਅਸੀਂ ਇਸ ਪ੍ਰੋਗਰਾਮ ਦੇ ਵਿੱਚ ਜ਼ਿੰਦਗੀ ਦੀਆਂ ਸ਼ਹਿਸਵਾਰ ਇਸਤਰੀਆਂ ਨੂੰ ਮਿਲਦੇ ਹਾਂ ਤੇ ਅੱਜ ਵੀ ਯਕੀਨਨ ਉਸੇ ਇਸਤਰੀ ਨੂੰ ਮਿਲਾਂਗੇ ਜੋ ਜ਼ਿੰਦਗੀ ਦੀ ਸ਼ਹਿਸਵਾਰ ਹੋਣ ਦੇ ਨਾਲ-ਨਾਲ ਉਹ ਅਸਲ ਵਿੱਚ ਵੀ ਸ਼ਹਿਸਵਾਰ ਹੈ, ਯਾਨੀ ਘੋੜਸਵਾਰ। ਉਹ ਘੋੜਸਵਾਰੀ ਕਰਦੇ ਨੇ ਤੇ ਘੋੜਸਵਾਰੀ ਦੀ ਟ੍ਰੇਨਿੰਗ ਵੀ ਦਿੰਦੇ ਨੇ। ਕਿਹਾ ਤਾਂ ਇਹ ਜਾਂਦਾ ਹੈ ਕਿ ਜਿਹੜਾ ਘੋੜਸਵਾਰੀ ਦਾ ਸ਼ੌਕ ਹੈ ਇਹ ਇੱਕ ਰਈਸੀ ਸ਼ੌਕ ਹੈ, ਮਹਿੰਗਾ ਸ਼ੌਕ ਹੈ ਔਰ ਇਸ ਨੂੰ ਪਾਲਣ ਲਈ, ਇਸ ਸ਼ੌਕ ਨੂੰ ਪਾਲਣ ਲਈ ਲੱਖਾਂ ਰੁਪਏ ਦੇ ਘੋੜੇ ਚਾਹੀਦੇ ਨੇ। ਉਹਨਾਂ ਨੂੰ ਰੱਖਣ ਵਾਸਤੇ ਖੁੱਲ੍ਹੇ ਵੱਡੇ ਅਸਤਬਲ ਚਾਹੀਦੇ ਹੈ ਤੇ ਫਿਰ ਉਹਨਾਂ ਨੂੰ ਸਾਧਣ ਲਈ, ਉਹਨਾਂ 'ਤੇ ਕਾਬੂ ਪਾਉਣ ਦੀ ਟ੍ਰੇਨਿੰਗ ਵਾਸਤੇ, ਸਿਖਲਾਈ ਵਾਸਤੇ ਵੱਡੇ ਖੁੱਲ੍ਹੇ ਮੈਦਾਨ ਚਾਹੀਦੇ ਹੈ। ਪਰ ਇਹ ਸ਼ੌਕ ਜਿਸ ਕੁੜੀ ਨੇ ਪਾਲਿਆ ਉਹ ਇੱਕ ਸਧਾਰਨ ਪਰਿਵਾਰ ਦੀ ਕੁੜੀ ਸੀ ਤੇ ਉਹ ਦੇ ਸ਼ਬਦਾਂ ਦੇ ਵਿੱਚ ਘੋੜੇ ਉਹਨਾਂ ਨੇ ਅਸਲੀ ਵਿੱਚ ਨਹੀਂ ਬਲਕਿ ਸਿਰਫ ਫਿਲਮਾਂ 'ਚ ਦੇਖੇ ਸੀ। ਆਓ ਮਿਲਦੇ ਹਾਂ ਉਸ ਕੁੜੀ ਨਾਲ ਜਿਸ ਨੇ ਆਪਣੀ ਹਿੰਮਤ ਅਤੇ ਹੌਸਲੇ ਦੇ ਨਾਲ ਇੱਕ ਵੱਖਰੇ ਖੇਤਰ 'ਚ ਆਪਣਾ ਨਾਮ ਬਣਾਇਆ ਤੇ ਨਾਲ ਹੀ ਨਾਲ ਬਹੁਤ ਸਾਰੇ ਲੋਕਾਂ ਲਈ ਤੇ ਖਾਸ ਤੌਰ 'ਤੇ ਕੁੜੀਆਂ ਲਈ ਇੱਕ ਉਦਾਹਰਣ ਅਤੇ ਉਤਸ਼ਾਹ ਦਾ ਕੇਂਦਰ ਬਣੀ। ਮਿਲਦੇ ਹਾਂ ਹਾਰਸ ਰਾਈਡਰ ਟ੍ਰੇਨਰ ਆਸ਼ੀਸ਼ ਰਾਣੀ ਜੀ ਨੂੰ। ਇੱਕ ਸਧਾਰਨ ਪਰਿਵਾਰ ਦੀ ਕੁੜੀ ਜਿਸ ਦੇ ਪਿਤਾ ਉਸ ਦੀ 6 ਮਹੀਨੇ ਦੀ ਉਮਰ ਵਿੱਚ ਹੀ ਦੁਨੀਆ ਤੋਂ ਚੱਲ ਵਸੇ। ਕਾਲਜ ਦੇ ਦਿਨਾਂ ਵਿੱਚ ਆਸ਼ੀਸ਼ ਰਾਣੀ ਨੂੰ ਘੋੜਿਆਂ ਦੀ ਸਵਾਰੀ ਦੀ ਕਲਾ ਨੇ ਆਪਣੇ ਵੱਲ ਖਿੱਚਿਆ, ਪਰ ਇੱਕ ਬਿਨ ਪਿਤਾ ਦੀ ਅਤੇ ਸਧਾਰਨ ਪਰਿਵਾਰ ਵਿੱਚ ਪੈਦਾ ਹੋਈ ਕੁੜੀ ਲਈ ਇਸ ਮਹਿੰਗੇ ਸ਼ੌਕ ਨੂੰ ਪੂਰੇ ਕਰਨਾ ਅਸੰਭਵ ਜਿਹਾ ਸੀ। ਪਰ ਦ੍ਰਿੜ ਇਰਾਦੇ, ਮਿਹਨਤ ਅਤੇ ਜਨੂਨ ਸਹਾਰੇ ਆਸ਼ੀਸ਼ ਰਾਣੀ ਨੇ ਨਾ ਸਿਰਫ ਘੋੜਸਵਾਰੀ ਸਿੱਖੀ ਸਗੋਂ ਅਨੇਕ ਮਾਨ ਸਨਮਾਨ ਵੀ ਜਿੱਤੇ ਅਤੇ ਉਹ ਬਣੇ ਪੰਜਾਬ ਦੀ ਪਹਿਲੀ ਇਸਤਰੀ ਘੋੜਸਵਾਰ ਟ੍ਰੇਨਰ। ਉਹ ਅੱਜਕੱਲ ਪੰਜਾਬ ਪੁਲਿਸ ਅਕਾਦਮੀ ਫਲੋਰ ਵਿੱਚ ਬਤੌਰ ਸਹਾਇਕ ਸਬ ਇੰਸਪੈਕਟਰ ਵਜੋਂ ਸੇਵਾਵਾਂ ਨਿਭਾ ਰਹੇ ਹਨ। ਆਓ ਜਾਣਦੇ ਹਾਂ ਉਹਨਾਂ ਦੇ ਸੰਘਰਸ਼ ਅਤੇ ਪ੍ਰਾਪਤੀਆਂ ਦੀ ਕਹਾਣੀ ਉਹਨਾਂ ਦੀ ਜ਼ੁਬਾਨੀ। ਆਸ਼ੀਸ਼ ਰਾਣੀ ਜੀ, ਨਮਸਕਾਰ ਜੀ। ਨਮਸਕਾਰ ਮੈਮ, ਕੀ ਹਾਲ ਚਾਲ? ਠੀਕ ਹੋ? ਠੀਕ ਹੈ ਮੈਮ। ਜਿਸ ਤਰ੍ਹਾਂ ਕਿ ਅਸੀਂ ਤੁਹਾਡੇ ਨਾਲ ਗੱਲ ਕੀਤੀ ਸੀ ਕਿ ਅੱਜ ਅਸੀਂ ਫਲੋਰ ਪਹੁੰਚੇ ਹੋਏ ਹਾਂ। ਪੁਲਿਸ ਜਿਹੜੀ ਅਕੈਡਮੀ ਹੈ ਇੱਥੇ ਟ੍ਰੇਨਿੰਗ ਹੁੰਦੀ ਹੈ, ਘੋੜ ਸਵਾਰੀ ਦੀ ਟ੍ਰੇਨਿੰਗ, ਤੇ ਆਸ਼ੀਸ਼ ਜੀ ਗੁਰੂ ਨੇ ਇੱਥੇ ਉਸਤਾਦ ਨੇ। ਆਸ਼ੀਸ਼ ਜੀ, ਤੁਹਾਨੂੰ ਇਹ ਜਿਹੜਾ ਫੀਲਡ ਹੈ ਇਹ 'ਚ ਕਿੰਨੇ ਸਾਲ ਹੋ ਗਏ ਆ? ਮੈਮ 1997 ਦੀ ਮੈਂ ਇਸ ਫੀਲਡ ਦੇ ਵਿੱਚ ਹੈਗੀ ਹਾਂ। ਪਹਿਲਾਂ ਮੈਂ ਕਾਲਜ ਟਾਈਮ 'ਤੇ ਆਪਣੀ ਹਾਰਸ ਰਾਈਡਿੰਗ ਕਰਦੀ ਰਹੀ। ਉਸ ਤੋਂ ਬਾਅਦ ਫਿਰ ਮੈਂ 2002 ਦੇ ਵਿੱਚ ਜਿਹੜਾ ਆ ਮਹਿਕਮਾ ਜੁਆਇਨ ਕੀਤਾ ਪੁਲਿਸ ਦਾ, ਜਿਹਦੇ ਵਿੱਚ ਕਿ ਮੇਰੀ ਐਜ਼ ਆ ਇੱਕ ਹਾਰਸ ਰਾਈਡਰ ਇਨਰੋਲਮੈਂਟ ਹੋਈ, ਜਿਹਦੇ ਲਈ ਕਿ ਕਾਫੀ ਐਫਰਟਸ ਵੀ ਕਰਨਾ ਪਿਆ। ਬਟ ਇਹ ਹੈ ਵੀ ਸਟੇਬਲੀ ਜਿੱਦਾਂ ਵੀ ਚਾਹਿਆ ਅਫਸਰਾਂ ਨੇ ਉੱਦਾਂ ਮੇਰੀ ਟਰਾਇਲ ਲਿੱਤਾ ਗਿਆ। ਟਰਾਇਲ ਦੇ ਅਕੋਰਡਿੰਗ ਟੂ ਸਿਲੈਕਸ਼ਨ ਹੋਈ ਔਰ ਉਸ ਤੋਂ ਬਾਅਦ ਫਿਰ ਮੈਂ ਇਸ ਮਹਿਕਮੇ ਨੂੰ ਜੁਆਇਨ ਕੀਤਾ। ਆਸ਼ੀਸ਼ ਜੀ, ਜਿਹੜਾ ਇਹ ਘੋੜ ਸਵਾਰੀ ਦਾ ਖੇਤਰ ਹੈ ਜਾਂ ਸ਼ੌਕ ਹੈ ਕਹਿ ਦਿਓ, ਇਹ ਇੱਕ ਮਹਿੰਗਾ ਸ਼ੌਕ ਹੈ ਜੀ। ਘੋੜੇ ਵੀ ਲੱਖਾਂ ਦੇ ਨੇ, ਫਿਰ ਘੋੜਿਆਂ ਨੂੰ ਰੱਖਣ ਲਈ ਥਾਂ ਵੀ ਕੋਈ ਥੋੜੀ ਨਹੀਂ ਜ਼ਿਆਦਾ ਚਾਹੀਦੀ ਹੈ, ਫਿਰ ਉਹਨਾਂ ਦੀ ਖੁਰਾਕ ਵੀ ਹੈ, ਫਿਰ ਉਹਨਾਂ ਦੀ ਟ੍ਰੇਨਿੰਗ ਵਾਸਤੇ ਖੁੱਲ੍ਹੇ ਮੈਦਾਨ ਵੀ ਚਾਹੀਦੇ ਨੇ। ਤੇ ਇੱਕ ਸਧਾਰਨ ਪਰਿਵਾਰ ਦੀ ਕੁੜੀ ਦੀਆਂ ਅੱਖਾਂ ਵਿੱਚ ਇਹ ਘੋੜ ਸਵਾਰੀ ਵਾਲੀ ਤਸਵੀਰ ਆਪਣੀ ਕਿੱਦਾਂ ਛਪੀ? ਮੈਮ ਮੈਂ ਇੱਕ NCC ਦਾ ਕੈਂਪ ਜੁਆਇਨ ਕੀਤਾ ਸੀ। ਕਾਲਜ ਦੇ ਦੌਰਾਨ ਮੈਂ NCC ਰੱਖੀ ਹੋਈ ਸੀ। NCC ਦੌਰਾਨ ਇੱਕ ਕੈਂਪ 'ਤੇ ਗਏ, ਉੱਥੇ ਕਾਫੀ ਰਾਇਲ ਫੈਮਿਲੀ ਦੀ ਲੜਕੀ ਸੀ ਜਿਹੜੀ ਕਿ ਆਪਣਾ ਹਾਰਸ ਰਾਈਡਿੰਗ ਕਰਦੀ ਹੁੰਦੀ ਸੀ। ਥਰੂ NCC ਹੀ ਕਰਦੀ ਸੀ, ਲੇਕਿਨ ਇਹ ਸੀ ਵੀ ਉਹਦੇ ਫਾਦਰ ਸਾਹਿਬ ਦੀ ਅਪਰੋਚ ਕਾਫੀ ਸੀ, ਤਾਂ ਉਹ ਜਿਹੜਾ ਘੋੜਸਵਾਰੀ ਦੇ ਉਹਦੇ ਵਿੱਚ ਜਾ ਰਹੀ ਸੀ ਵਿੰਗ ਦੇ ਵਿੱਚ। ਤਾਂ ਮੈਂ ਉਹਨੂੰ ਪੁੱਛਿਆ ਗੱਲਾਂ ਦੇ ਵਿੱਚ ਹੀ ਵੀ ਮੈਮ ਤੁਸੀਂ, ਉਹਦਾ ਨਾਮ ਸੀਗਾ, ਨਾਮ ਲੈ ਕੇ ਉਹਨਾਂ ਨੂੰ ਆਵਾਜ਼ ਲਗਾਈ ਕਿ ਤੁਸੀਂ ਕੀ ਕਰਦੇ ਹੋ, ਵੀ ਗੇਮ ਗੁੰਮ ਵੀ ਕੋਈ ਕਰ ਰਹੇ ਹੋ ਜਾਂ ਕਿੱਦਾਂ? ਅਤੇ ਉਹਨਾਂ ਨੇ ਕਿਹਾ ਹਾਂਜੀ ਮੈਂ ਤਾਂ ਹਾਰਸ ਰਾਈਡਿੰਗ ਕਰਦੀ ਹਾਂ। ਅਸੀਂ ਸਾਰੇ ਜਣੇ ਬਹੁਤ ਹੈਰਾਨ ਹੋਏ, ਜਿੱਦਾਂ ਗਰੁੱਪ ਦੇ ਵਿੱਚ ਬੈਠੇ ਸੀਗੇ ਅਸੀਂ ਸਾਰੇ ਬਹੁਤ ਹੈਰਾਨ ਹੋਏ ਵੀ ਇਹ ਹਾਰਸ ਰਾਈਡਿੰਗ ਕਰਦੀ ਆ। ਅਤੇ ਅਸੀਂ ਸੋਚਿਆ ਵੀ ਤੁਸੀਂ ਘੋੜਾ ਕਿੱਥੋਂ ਲੈਂਦੇ ਹੋ? ਅਤੇ ਉਹਨਾਂ ਨੇ ਦੱਸਿਆ ਵੀ ਇਸ ਤਰ੍ਹਾਂ ਵੀ ਮੈਂ ਉੱਥੇ ਜਾਂਦੀ ਹਾਂ ਹਾਰਸ ਰਾਈਡਿੰਗ ਸਿੱਖਣ ਲਈ। ਤਾਂ ਇੱਕ ਛੋਟੀ ਜਿਹੀ ਕ੍ਰਿਓਟ ਜਿੱਦਾਂ ਮਨ ਦੇ ਵਿੱਚ ਆਸ਼ਾ ਜੀ ਆ ਜਾਂਦੀ ਆ ਵੀ ਭਾਈ ਹਾਂ ਮੈਂ ਪੁੱਛਾਂ ਵੀ ਮੈਂ ਵੀ ਆ ਸਕਦੀ ਹਾਂ ਉੱਥੇ। ਤਾਂ ਉਹ ਲੜਕੀ ਨੇ ਕਾਫੀ ਆਪਣੇ ਪ੍ਰਾਊਡ ਜਿਹੇ ਦੇ ਵਿੱਚ ਕਿਹਾ ਵੀ ਨਹੀਂ ਉੱਥੇ ਤਾਂ ਬਹੁਤ ਰਾਇਲ ਫੈਮਲੀਜ਼ ਆਉਂਦੀਆਂ ਨੇ ਔਰ ਘੋੜਾ ਚਲਾਉਣਾ ਤਾਂ ਤੁਹਾਡੇ ਵਰਗੀ ਫੈਮਿਲੀ ਦੇ ਬਸ ਦੀ ਗੱਲ ਨਹੀਂ ਹੈ। ਅੱਛਾ, ਲਿਟਰਲੀ ਇੱਦਾਂ ਕਿਹਾ ਉਸਨੇ? ਉਸ ਟਾਈਮ ਮੈਡਮ ਟੀਨ ਏਜ ਹੁੰਦੀ ਆ ਬੱਚਿਆਂ ਦੇ ਵਿੱਚ, ਥੋੜ੍ਹਾ ਜਿਹਾ ਪ੍ਰਾਊਡ ਵੀ ਹੁੰਦਾ ਆ ਔਰ ਫਾਦਰ ਕਾਫੀ ਬੈਕ ਸਪੋਰਟਿਵ ਹੋਣ ਤਾਂ ਹੋਰ ਪ੍ਰਾਊਡ ਆ ਜਾਂਦਾ।
ਇਹ ਜ਼ਰੂਰੀ ਇਹ ਨਹੀਂ ਹੈ ਕਿ ਲੜਕੀ ਦੇ ਵਿੱਚ, ਇਹ ਲੜਕੇ ਦੇ ਵਿੱਚ ਵੀ ਹੈਬਿਟਸ ਦੇਖਣ ਨੂੰ ਮਿਲਦੀਆਂ ਨੇ ਵੀ ਮੇਰੇ ਪਾਪਾ ਐਂ ਲੱਗੇ ਹੋਏ ਆ ਜੀ, ਮੇਰੇ ਪਾਪਾ ਇੱਦਾਂ ਆ। ਸੋ ਇਹ ਚੀਜ਼ ਦਾ ਮੈਨੂੰ ਸਾਹਮਣਾ ਕਰਨਾ ਪਿਆ। ਉਸ ਟਾਈਮ ਮੇਰੇ ਫਾਦਰ ਸਾਹਿਬ ਨਹੀਂ ਸੀਗੇ ਤਾਂ ਥੋੜ੍ਹਾ ਜਿਹਾ ਫੀਲ ਵੀ ਹੋਇਆ ਵੀ ਫਾਦਰ ਸਾਹਿਬ ਹੈ ਨਹੀਂ ਗੇ, ਤਾਂ ਇਹ ਚੀਜ਼ ਸਾਨੂੰ ਸੁਣਨ ਨੂੰ ਮਿਲ ਰਹੀ ਹੈ। ਤਾਂ ਚਲੋ ਕੋਈ ਗੱਲ ਨਹੀਂ, ਇਸ ਚੀਜ਼ ਨੂੰ ਵੀ ਅਸੀਂ ਉਹ ਕੀਤਾ ਆ ਵੀ ਚਲੋ ਠੀਕ ਆ, ਮੈਂ ਵੀ ਇਸ ਫੀਲਡ ਦੇ ਵਿੱਚ ਆਉਣਾ ਆ। ਤਾਂ ਫੀਲਡ ਦੇ ਵਿੱਚ ਆਉਣ ਲਈ ਬਸ ਉਦੋਂ ਤੋਂ ਹੀ ਇੱਕ ਦਿਲ ਦੇ ਵਿੱਚ ਉਹ ਸੀ, ਕਹਿ ਦਿੰਦੇ ਨਾ ਇੱਕ ਕੰਮ ਕਰਨ ਲਈ, ਮੁਕਾਮ ਲਈ ਦ੍ਰਿੜ ਇਰਾਦਾ ਬਣ ਜਾਂਦਾ ਆ। ਉਹ ਦ੍ਰਿੜ ਇਰਾਦਾ ਮੇਰੇ ਅੰਦਰ ਹੋ ਗਿਆ ਸੀਗਾ ਵੀ ਮੈਂ ਵੀ ਹਾਰਸ ਰਾਈਡਿੰਗ ਹੀ ਕਰਨੀ ਆ, ਹੋਰ ਕੋਈ ਮਤਲਬ ਵੀ ਗੇਮ ਨਹੀਂ ਕਰਨੀ। ਹਾਰਸ ਰਾਈਡਿੰਗ ਵਿੱਚ ਆਉਣ ਤੋਂ ਪਹਿਲਾਂ ਕਾਲਜ ਦੇ ਵਿੱਚ ਛੋਟੀਆਂ ਗੇਮਸ ਜਿਸ ਤਰ੍ਹਾਂ ਹੁੰਦੀਆਂ ਸੀ, ਛੋਟੀਆਂ ਨਹੀਂ, ਗੇਮ ਹਰੇਕ ਜਗ੍ਹਾ ਆਪਣੀ ਜਗ੍ਹਾ 'ਤੇ ਵੱਡੀ ਹੈ, ਲੇਕਿਨ ਇਸ ਗੇਮ ਤੋਂ ਅਲੱਗ ਹਟ ਕੇ ਜਿਹੜੀਆਂ ਗੇਮਸ ਨੇ ਉਹ ਫੀਲਡ ਨਾਲ ਟੱਚ ਨੇ, ਗਰਾਊਂਡ ਨਾਲ ਟੱਚ ਨੇ। ਇਹ ਵਾਲੀਆਂ ਗੇਮਸ ਵੀ ਗਰਾਊਂਡ ਨਾਲ ਟੱਚ ਨੇ, ਲੇਕਿਨ ਇਹਦੇ ਵਿੱਚ ਕੀ ਹੈ, ਸਾਨੂੰ ਦੋ ਮਾਈਂਡ ਦੇ ਨਾਲ ਕੰਮ ਕਰਨਾ ਪੈਂਦਾ, ਇੱਕ ਹਾਰਸ ਦਾ ਮਾਈਂਡ, ਇੱਕ ਸਾਡਾ ਆਪਣਾ ਮਾਈਂਡ। ਸਾਨੂੰ ਨਹੀਂ ਪਤਾ ਜਦੋਂ ਅਸੀਂ ਹਾਰਸ ਨੂੰ ਕੰਮ ਕਰਵਾਉਣਾ ਹੈ ਉਹਨੇ ਸਾਡਾ ਕਹਿਣਾ ਕਿਸ ਤਰ੍ਹਾਂ ਮੰਨਣਾ ਆ। ਆਸ਼ੀਸ਼, ਇੱਕ ਗੱਲ ਪੁੱਛਣਾ ਚਾਹਾਂਗੀ ਕਿ ਆਪਾਂ ਦੁਨੀਆ ਦੇ ਵਿੱਚ ਅਸੀਂ ਮਦਰ ਬਾਰੇ ਬੜਾ ਕੁਝ ਕਹਿੰਦੇ ਆ, ਚੰਗਾ ਲਫ਼ਜ਼ ਬੋਲਦੇ ਆ ਕਿ ਮਾਂ ਤੋਂ ਉੱਪਰ ਕੋਈ ਨਹੀਂ ਹੈ ਜਾਂ ਮਾਂ ਦੂਸਰਾ ਰੱਬ ਹੈ। ਪਿਤਾ ਦੀ ਇੰਪੋਰਟੈਂਸ, ਕਿਉਂਕਿ ਤੁਹਾਡੇ ਪਿਤਾ ਤੁਹਾਡੀ ਬਹੁਤ ਛੋਟੀ ਉਮਰ ਵਿੱਚ ਇਸ ਦੁਨੀਆ ਤੋਂ ਚਲੇ ਗਏ ਸੀਗੇ, ਤੇ ਉਸ ਖਾਲੀਪਨ ਨੂੰ ਤੁਸੀਂ ਕਿਹੜੇ ਲਫ਼ਜ਼ਾਂ ਦੇ ਵਿੱਚ ਬਿਆਨ ਕਰਦੇ ਹੋ? ਮੈਮ, ਪਿਤਾ ਦੀ ਗੈਰ ਹਾਜ਼ਰੀ ਤਾਂ ਹਰ ਟਾਈਮ ਲਈ ਹਰੇਕ ਪਰਸਨ ਨੂੰ ਹੀ ਹੁੰਦੀ ਹੈ, ਚਾਹੇ ਇੱਕ ਮੇਲ ਹੈ ਚਾਹੇ ਫੀਮੇਲ ਹੈ, ਲੇਕਿਨ ਮਾਂ ਉਸ ਦਾ ਰੋਲ ਜਿਹੜਾ ਆ ਬਹੁਤ ਬਾਖੂਬ ਨਿਭਾਉਂਦੀ ਹੈ। ਪਿਤਾ ਦੇ ਬਾਅਦ ਜਿਹੜਾ ਮਾਂ ਇੱਕ ਜ਼ਿੰਮੇਵਾਰੀ ਸਮਝਦੀ ਹੈ, ਉਹ ਉਸ ਮਾਂ ਨੂੰ ਪਤਾ ਹੁੰਦਾ ਆ ਵੀ ਆਪਣੇ ਬੱਚਿਆਂ ਦੀ ਕਿੱਦਾਂ ਉਹਨੇ ਪਰਵਰਿਸ਼ ਕਰਨੀ ਆ, ਕਿਸ ਤਰ੍ਹਾਂ ਉਹਨੇ ਆਪਣੇ ਪਰਿਵਾਰ ਦੇ ਵਿੱਚ ਆਪਣਾ ਜਿਹੜਾ ਜੀਵਨ ਸਾਥੀ ਹੈ ਉਹਦਾ ਰੋਲ ਵੀ ਅਦਾ ਕਰਨਾ, ਔਰ ਆਪਣਾ ਤਾਂ ਇੱਕ ਜਿਹੜਾ ਰੋਲ ਹੈਗਾ ਹੀ ਹੈਗਾ ਆ ਲਾਈਫ ਦੇ ਵਿੱਚ, ਜੋ ਪਰਮਾਤਮਾ ਨੇ ਲੇਡੀਜ਼ ਦੇ ਅੰਦਰ ਪਾ ਕੇ ਭੇਜਿਆ ਆ। ਇੱਕ ਸਹਿਣ ਸ਼ਕਤੀ ਬਹੁਤ ਜ਼ਿਆਦਾ ਆ, ਸ਼ੁਰੂ ਤੋਂ ਲੈ ਕੇ ਹੀ ਪੁਰਾਤਨ ਟਾਈਮ 'ਤੇ ਆਪਾਂ ਦੇਖਦੇ ਸੀਗੇ ਜੀ, ਬੱਚਿਆਂ ਨੂੰ ਪੇਟ ਦੇ ਵਿੱਚ ਹੀ ਮਾਰ ਦਿੱਤਾ ਜਾਂਦਾ ਸੀ, ਪੁੱਤਰਾਂ ਨੂੰ ਜਨਮ ਦੇਣ ਲਈ ਪ੍ਰੈਫਰੈਂਸ ਦਿੱਤੀ ਜਾਂਦੀ ਸੀ। ਸੋ ਜਿਹੜੀ ਲੜਕੀ ਆ ਉਹ ਤਾਂ ਬਰਥ ਲੈਣ 'ਤੇ ਹੀ ਆਪਣਾ ਸਟਰਗਲ ਸ਼ੁਰੂ ਕਰ ਦਿੰਦੀ ਹੈ ਜ਼ਿੰਦਗੀ ਦੇ ਵਿੱਚ। ਤਾਂ ਜਿਹੜਾ ਬਾਪ ਦਾ ਹੈ ਰੁਤਬਾ, ਉਹ ਮਤਲਬ ਜਿਸ ਤਰ੍ਹਾਂ ਵੀ ਹੈ ਜ਼ਰੂਰੀ ਹੈ ਜ਼ਿੰਦਗੀ ਦੇ ਵਿੱਚ। ਦੋ ਪਹੀਏ ਹੈ, ਗੱਡੀ ਹੈ, ਚੱਲੇਗੀ ਉਸੇ ਤਰ੍ਹਾਂ ਹੀ ਮਾਂ ਵੀ ਚਾਹੀਦੀ ਹੈ, ਬਾਪ ਵੀ ਚਾਹੀਦਾ ਜੀ। ਤੁਸੀਂ ਆਸ਼ੀਸ਼ ਜੀ ਜਿਵੇਂ ਗੱਲ ਦੱਸੀ ਕਿ ਫੈਮਿਲੀ, ਪਰਿਵਾਰ ਦੀ ਜਿਹੜੀ ਇੱਕ ਸਟਰਗਲ ਸੀ ਉਹਦੇ 'ਚੋਂ ਨਿਕਲ ਕੇ ਤੁਸੀਂ ਆਪਣਾ ਇੱਕ ਜਿਹੜਾ ਸੁਪਨਾ ਦੇਖਿਆ ਸੀ ਉਸਨੂੰ ਸਾਕਾਰ ਕਰਨ ਦੇ ਵਾਸਤੇ ਅੱਗੇ ਆਏ, ਤੇ ਹਾਰਸ ਰਾਈਡਿੰਗ ਤਾਂ ਤੁਸੀਂ ਸਿੱਖ ਲਈ, ਤੁਸੀਂ NCC ਦੇ ਵਿੱਚ ਸੀਗੇ ਹੈ ਨਾ, ਤੇ ਤੁਸੀਂ ਆਪਣੇ ਯਤਨਾਂ ਨਾਲ ਆਪਣੇ ਇਸ ਸ਼ੌਕ ਨੂੰ ਹਾਸਿਲ ਕਰ ਲਿਆ। ਟ੍ਰੇਨਰ ਬਣਨ ਦਾ ਸਫ਼ਰ ਤੇ ਇਸ ਖੂਬਸੂਰਤ ਜਿਹੜੀ ਪੁਲਿਸ ਟ੍ਰੇਨਿੰਗ ਅਕੈਡਮੀ ਹੈ ਇਹਦੇ 'ਚ ਆਉਣ ਦਾ ਸਫ਼ਰ ਜਿਹੜਾ ਸੀ ਉਹ ਕਿਹੋ ਜਿਹਾ ਰਿਹਾ? ਮੈਮ, ਜਦੋਂ ਮੈਂ ਡਿਪਾਰਟਮੈਂਟ ਜੁਆਇਨ ਕੀਤਾ ਹਾਰਸ ਰਾਈਡਿੰਗ ਸਿੱਖਣ ਤੋਂ ਬਾਅਦ, ਹਾਰਸ ਰਾਈਡਿੰਗ ਦੀਆਂ ਕਾਫੀ ਅਚੀਵਮੈਂਟ ਸੀਗੀਆਂ ਮੇਰੀਆਂ। ਮੇਰੇ ਕੋਲ 3 골ਡ ਮੈਡਲ, ਇੱਕ ਓਵਰਆਲ ਬੈਸਟ ਰਾਈਡਰ ਟਰੋਫੀ ਰਿਪਬਲਿਕ ਡੇ ਪਰੇਡ 1997 ਦੇ ਵਿੱਚ ਮੈਂ ਹਾਸਲ ਕੀਤੀ ਸੀ, ਜਿਹਦੇ ਚੱਲਦੇ ਕਿ ਮੈਨੂੰ ਮਹਿਕਮੇ ਨੇ ਵੀ ਕਾਫੀ ਐਪਰੀਸ਼ੀਏਟ ਕੀਤਾ ਔਰ ਮੈਨੂੰ ਇੱਥੇ ਇਨਰੋਲ ਕੀਤਾ। ਮੇਰੇ ਸੀਨੀਅਰ ਆਫਿਸਰ ਦਾ ਜਿਹੜਾ ਮੇਰਾ ਟੈਲੈਂਟ ਨੂੰ ਪਛਾਣਨ ਦਾ ਨਜ਼ਰੀਆ ਸੀ ਉਹ ਬਹੁਤ ਅੱਛਾ ਸੀਗਾ। ਉਹਨਾਂ ਨੇ ਸੋਚਿਆ ਵੀ ਇਹ ਲੜਕੀ ਇਸ ਫੀਲਡ ਦੇ ਵਿੱਚ ਆਏਗੀ ਤਾਂ ਕੁਝ ਮੁਕਾਮ ਹਾਸਿਲ ਕਰ ਪਾਏਗੀ, ਔਰ ਉਹਨਾਂ ਨੇ ਮਤਲਬ ਮੈਨੂੰ ਉਸ ਨਜ਼ਰ ਨਾਲ ਨਹੀਂ ਦੇਖਿਆ ਵੀ ਹਾਂ ਇੱਕ ਲੜਕਾ ਆ ਇੱਕ ਲੜਕੀ ਆ ਜਾਂ ਕਿੱਦਾਂ। ਜਿਸ ਤਰ੍ਹਾਂ ਮੈਮ ਆਫਿਸਰ ਦੀ ਨਜ਼ਰ ਹੁੰਦੀ ਆ ਵੀ ਹਾਂ ਵੀ ਕੋਈ ਵੀ ਹੈ ਕੰਮ ਹੋਣਾ ਚਾਹੀਦਾ ਆ, ਇਹ ਨਹੀਂ ਹੈ ਵੀ ਮਤਲਬ ਵੀ ਇਹ ਕੰਮ ਇਹ ਫੀਮੇਲ ਹੀ ਕਰ ਸਕਦੀ ਆ ਜਾਂ ਮੇਲ ਹੀ ਕਰ ਸਕਦਾ ਆ। ਕੋਈ ਵੀ ਖੇਤਰ ਜਿੱਥੇ ਪਹਿਲਾਂ ਕੁੜੀਆਂ ਨਹੀਂ ਹੁੰਦੀਆਂ ਤੇ ਜਦੋਂ ਵੀ ਕਿਸੇ ਲੜਕੀ ਦਾ ਉਸ ਖੇਤਰ ਵੱਲ ਰੁਝਾਨ ਹੁੰਦਾ ਹੈ ਜਾਂ ਉਸ ਖੇਤਰ ਵਿੱਚ ਉਹਦਾ ਪ੍ਰਵੇਸ਼ ਹੁੰਦਾ ਹੈ ਤੇ ਯਕੀਨਨ ਉਹ ਇੱਕ ਚੁਣੌਤੀ ਹੁੰਦੀ ਹੈ। ਤੇ ਆਸ਼ੀਸ਼ ਜੀ, ਜਦੋਂ ਅਸੀਂ ਪਹਿਲੀ ਵਾਰ ਟ੍ਰੇਨਿੰਗ ਵਾਲੇ ਫੀਲਡ ਵਿੱਚ ਆਏ, ਕਿਉਂਕਿ ਤੁਹਾਡੇ ਤੋਂ ਪਹਿਲਾਂ ਤਾਂ ਕੋਈ ਵੀ ਫੀਮੇਲ ਟ੍ਰੇਨਰ ਨਹੀਂ ਸੀ ਹਾਰਸ ਰਾਈਡਿੰਗ ਦੇ ਲਈ, ਤੇ ਉਹ ਦਿਨ ਕੀ ਸੀਗਾ ਤੇ ਉਸ ਦਿਨ ਦੀ ਸਾਨੂੰ ਯਾਦ ਸਾਂਝੀ ਕਰੋ ਕਿ ਤਜਰਬਾ ਕੀ ਸੀ ਉਸ ਦਿਨ ਦਾ? ਮੈਮ, ਉਸ ਦਿਨ ਮੈਂ ਜਦੋਂ ਮਹਿਕਮੇ ਦੇ ਵਿੱਚ ਆਈ, ਮੇਰੇ ਮਦਰ ਘਰੇ ਸੀਗੇ ਤੇ ਮੈਂ ਸਕੂਟਰ 'ਤੇ ਹੀ ਲੁਧਿਆਣਾ ਤੋਂ ਡਰਾਈਵ ਕਰਕੇ ਜਲੰਧਰ ਪਹੁੰਚੀ। ਜਲੰਧਰ ਤੋਂ ਜਦੋਂ ਮੈਂ ਪਹਿਲਾ ਦਿਨ ਮਹਿਕਮੇ ਦੇ ਵਿੱਚ ਜੁਆਇਨ ਕੀਤਾ ਤਾਂ ਮੇਰੇ ਨਾਲ ਦੇ ਜਿਹੜੇ ਕੁਲੀਗ ਸੀ ਉਹ ਸਾਰੇ ਹੀ ਬਹੁਤ ਹੈਰਾਨ ਹੋ ਗਏ ਵੀ ਤੁਸੀਂ ਲੁਧਿਆਣੇ ਤੋਂ ਹੀ ਡਰਾਈਵ ਕਰਕੇ ਆ ਗਏ। ਸੋ ਮੈਨੂੰ ਬਹੁਤ ਅੱਛਾ ਲੱਗਿਆ ਕਿ ਉਹਨਾਂ ਨੇ ਮੈਨੂੰ ਇਸ ਤਰ੍ਹਾਂ ਐਪਰੀਸ਼ੀਏਟ ਕੀਤਾ ਔਰ ਮੇਰੀ ਹੌਸਲਾ ਅਫਜ਼ਾਈ ਕੀਤੀ। ਉਸ ਤੋਂ ਬਾਅਦ ਮੈਮ ਮੇਰੇ ਸਰ ਸੀਗੇ, ਉਹਨਾਂ ਨੇ ਗਾਈਡ ਕੀਤਾ ਵੀ ਇੱਥੋਂ ਦੇ ਕੁਝ ਡਿਸਿਪਲਿਨ ਹੈ, ਰੂਲ ਐਂਡ ਰੈਗੂਲੇਸ਼ਨਸ ਹੈ, ਕਿਉਂਕਿ ਹੁਣ ਤੁਸੀਂ ਕਾਲਜੇਟ ਨਹੀਂ ਹੋ, ਤੁਸੀਂ ਡਿਪਾਰਟਮੈਂਟ ਜੁਆਇਨ ਕਰ ਚੁੱਕੇ ਹੋ। ਤਾਂ ਮੈਮ ਮੈਂ ਉਹ ਜੋ ਵੀ ਰੂਲ ਐਂਡ ਰੈਗੂਲੇਸ਼ਨ ਸੀ ਡਿਪਾਰਟਮੈਂਟ ਦੇ ਉਹਨਾਂ ਨੂੰ ਫੋਲੋ ਕਰਦੇ ਇੱਥੋਂ ਤੱਕ ਪਹੁੰਚੀ। ਆਸ਼ੀਸ਼ ਜੀ, ਕੀ ਤੁਹਾਡੀ ਰੂਟੀਨ ਰਹਿੰਦੀ ਹੈ ਇੱਥੇ, ਔਰ ਇੱਕ ਹਾਰਸ ਰਾਈਡਰ ਜਿਹੜਾ ਟ੍ਰੇਨਰ ਹੈ ਉਹਨੂੰ ਕਿਹੜੀ ਦਿਨਚਰਿਆ ਜਿਹੜੀ ਹੈ ਉਹ ਫੋਲੋ ਕਰਨੀ ਪੈਂਦੀ ਹੈ, ਔਰ ਨੰਬਰ 2 ਤੁਸੀਂ ਟ੍ਰੇਨਿੰਗ ਕਿਸ ਤਰ੍ਹਾਂ ਦਿੰਦੇ ਹੋ ਘੋੜਿਆਂ ਦੀ?
ਮੈਮ ਸਾਡਾ ਆਫੀਸਰਸ ਵੱਲੋਂ ਟਾਈਮ ਸ਼ੈਡਿਊਲ ਬਣਦਾ ਆ, ਜਿਹਦੇ ਵਿੱਚ ਅਸੀਂ ਟਾਈਮ ਟੂ ਟਾਈਮ ਆਪਣੇ ਹਾਰਸਿਸ ਨੂੰ ਵਰਕ ਕਰਦੇ ਹਾਂ, ਡਾਈਟ ਦਿੰਦੇ ਹਾਂ, ਰੈਸਟ ਦਿੰਦੇ ਹਾਂ ਔਰ ਆਪਣਾ ਵੀ ਰੈਸਟ ਕਰਦੇ ਹਾਂ। ਉਸ ਤੋਂ ਬਾਅਦ ਆਪਣੇ ਹਾਰਸਿਸ ਦੇ ਨਾਲ ਥੋੜ੍ਹਾ ਅਟੈਚ ਹੁੰਦੇ ਹਾਂ, ਹਾਰਸ ਦੀ ਗਰੂਮਿੰਗ ਵਗੈਰਾ ਕਰਦੇ ਹਾਂ, ਹਾਰਸ ਨੂੰ ਫੀਡ ਦਿੰਦੇ ਹਾਂ, ਵਾਟਰਿੰਗ ਕਰਦੇ ਹਾਂ ਔਰ ਹਾਰਸ ਦੇ ਨਾਲ ਈਵਨਿੰਗ ਟਾਈਮ 'ਤੇ ਥੋੜ੍ਹਾ ਟਾਈਮ ਵੀ ਸਪੈਂਡ ਕਰਦੇ ਹਾਂ। ਜਿਹੜੀਆਂ ਆਮ ਖੇਡਾਂ ਨੇ, ਦੂਸਰੀਆਂ ਖੇਡਾਂ ਨੇ, ਉਹਨਾਂ ਦੇ ਵਿੱਚ ਤੁਹਾਡੇ ਕੋਲ ਖੇਡਾਂ ਦਾ ਸਮਾਨ ਹੁੰਦਾ ਹੈ ਜਾਂ ਟੂਲਸ ਨੇ ਜਾਂ ਸੰਦ ਨੇ ਔਰ ਉਹ ਪੂਰੀ ਤਰ੍ਹਾਂ ਨਿਰਜੀਵ ਚੀਜ਼ ਹੈ, ਉਹਦੇ ਨਾਲ ਤੁਸੀਂ ਆਪਣੇ ਦਿਮਾਗ ਨੂੰ ਵਰਤਦੇ ਹੋਏ ਮਨ ਚਾਹਿਆ ਜਿਹੜਾ ਰਿਜ਼ਲਟ ਹੈ, ਨਤੀਜਾ ਕੱਢ ਸਕਦੇ ਹੋ। ਪਰ ਜਿੱਥੇ ਤੁਹਾਡਾ ਟੂਲ, ਤੁਹਾਡੀ ਜਿਹੜੀ ਬੇਸਿਕ ਚੀਜ਼ ਹੈ ਉਹ ਘੋੜਾ ਹੈ, ਉਹ ਵੀ ਇੱਕ ਕੁਦਰਤ ਦਾ ਇੱਕ ਹਿੱਸਾ ਹੈ ਤੇ ਉਹਦੀ ਇੱਕ ਆਪਣੀ ਸੋਚ, ਆਪਣੀ ਇੱਕ ਆਈਡੈਂਟੀਟੀ ਹੈ ਔਰ ਇੱਕ ਆਪਣਾ ਦਿਮਾਗ ਵੀ ਹੈ। ਉਹਦੇ 'ਚ ਕਿੱਦਾਂ ਦੇ ਚੈਲੰਜ ਆਉਂਦੇ ਆ? ਮੈਮ ਚੈਲੰਜ ਕਾਫੀ ਤਰ੍ਹਾਂ ਦੇ ਆਉਂਦੇ ਆ। ਜਦੋਂ ਕਿ ਸਾਡੇ ਹਾਰਸ ਆ ਇੱਥੇ ਅਸੀਂ ਆਪਣੇ ਹਿਸਾਬ ਨਾਲ ਟ੍ਰੇਨਿੰਗ ਦਿੱਤੀ ਆ, ਬਾਕੀ ਹਾਰਸਿਸ ਆ ਜਿਹੜੇ ਉਹ ਆਪਣੇ ਡਿਸਟ੍ਰਿਕਟ ਦੇ ਜਾਂ ਸਟੇਟ ਦੇ ਹਾਰਸਿਸ ਆਉਂਦੇ ਆ, ਉਹ ਸਟੇਟ ਦੀ ਲੈਂਗੁਏਜ ਵੀ ਅਲੱਗ ਹੈ ਔਰ ਹਾਰਸਿਸ ਦੇ ਨਾਲ ਜਿਹੜਾ ਉਹਨਾਂ ਦਾ ਤਾਲਮੇਲ ਆ ਉਹ ਵੀ ਅਲੱਗ ਹੈ। ਸਾਡੇ ਹਾਰਸਿਸ ਜਿਹੜੇ ਆ ਉਹ ਜਿਸ ਤਰ੍ਹਾਂ ਸਾਡੀ ਲੈਂਗੁਏਜ ਦੇ ਨਾਲ ਟੱਚ ਨੇ। ਇਸ ਤਰ੍ਹਾਂ ਬਾਹਰ ਜਦੋਂ ਜਾਈਦਾ ਮੈਮ, ਉਹਦੇ ਵਿੱਚ ਸਾਡੇ ਕੋਲ ਵੀ ਇਕਵਿਪਮੈਂਟ ਹੁੰਦੇ ਆ। ਸਾਡਾ ਵੀ ਮਤਲਬ ਆਮ ਇਵੈਂਟਸ ਵਾਂਗੂ ਹੀ ਚੱਲਦਾ ਹੈ। ਇਵੈਂਟਸ ਸਾਡੇ ਵਿੱਚ ਵੀ ਇੱਕ ਹਰਡਲਸ ਹੁੰਦੀਆਂ ਨੇ, ਇੱਕ 10-10 ਪੈਗਿੰਗ ਹੁੰਦੀ ਹੈ ਇਵੈਂਟਸ, ਉਹਦੇ ਵਿੱਚ ਅਲੱਗ-ਅਲੱਗ ਇਵੈਂਟਸ ਨੇ। ਆਸ਼ੀਸ਼ ਜੀ, ਤੁਸੀਂ ਟ੍ਰੇਨਰ ਹੋਣ ਦੇ ਨਾਤੇ ਤਾਂ ਫੀਲਡ ਵਿੱਚ ਰਹਿੰਦੇ ਹੋਗੇ, ਜਿਹੜਾ ਟ੍ਰੇਨਿੰਗ ਫੀਲਡ ਹੈ ਹੈ ਨਾ, ਤੇ ਕੀ ਜਿਹੜਾ ਇੱਕ ਟ੍ਰੇਨਰ ਹੈ ਉਹ ਸਿਰਫ ਟ੍ਰੇਨਿੰਗ ਫੀਲਡ ਵਿੱਚ ਹੀ ਰਹਿੰਦਾ ਹੈ ਜਾਂ ਫੀਲਡ ਤੋਂ ਬਾਹਰ ਵੀ ਜਾਂਦਾ ਹੈ? ਤੇ ਦੂਜਾ ਮੇਰਾ ਇਹ ਵੀ ਸਵਾਲ ਹੈ ਕਿ ਘੋੜੇ ਉਦੋਂ ਵਰਤੇ ਜਾਂਦੇ ਸੀ ਜਦੋਂ ਗੱਡੀਆਂ ਮੋਟਰਾਂ ਨਹੀਂ ਸੀਗੀਆਂ, ਹੁਣ ਗੱਡੀਆਂ ਮੋਟਰਾਂ ਨੇ, ਕਈ ਤਰ੍ਹਾਂ ਦੇ ਹੋਰ ਬਹੁਤ ਵੱਡੇ ਔਰ ਬਹੁਤ ਹੀ ਜ਼ਿਆਦਾ ਆਧੁਨਿਕ ਵਹੀਕਲ ਵੀ ਆ ਗਏ ਨੇ ਜੀ। ਤੇ ਹੱਲੇ ਵੀ ਫਿਰ ਘੋੜਿਆਂ ਦੀ, ਘੋੜਸਵਾਰਾਂ ਦੀ ਤੇ ਘੋੜਸਵਾਰ ਟ੍ਰੇਨਰਾਂ ਦੀ ਕੀ ਮਹੱਤਤਾ ਹੈ? ਮੈਮ ਬੇਸ਼ੱਕ ਜਿੰਨਾ ਕੁਛ ਮਰਜ਼ੀ ਆ ਗਿਆ, ਪਰ ਜੋ ਵੀ ਵਹੀਕਲ ਬਣਿਆ ਆ ਉਹ ਹਾਰਸ ਪਾਵਰ ਨੂੰ ਦੇਖਦੇ ਹੋਏ ਹੀ ਬਣਿਆ ਹੈ। ਆਪਾਂ ਕਈ ਵੀ ਮੋਟਰਸਾਈਕਲ ਦੇਖਦੇ ਹਾਂ, ਉਹਦੇ ਉੱਤੇ ਲਿਖਿਆ ਹੁੰਦਾ ਇੰਜਨ ਦੇ ਉੱਤੇ ਫਲਾਨਾ ਸੀਸੀ ਐਂਡ ਹਾਰਸ ਪਾਵਰ। ਕੋਈ ਗੱਡੀ ਹੈ ਉਹਦੇ ਉੱਤੇ ਵੀ ਮਤਲਬ ਤਕਰੀਬਨ ਤੁਸੀਂ ਦੇਖਿਓ ਵੀ ਲੋਗੋਸ ਮੇਬੀ ਹਾਰਸ ਜਿਹੜਾ ਮੂਵ ਕਰਦਾ ਹੋਇਆ ਉਹਦੇ ਉੱਤੇ ਬਣਿਆ ਹੁੰਦਾ ਆ। ਸੋ ਜੋ ਵੀ ਚੀਜ਼ ਹੈ ਪੁਰਾਤਨ ਤੋਂ ਹੀ ਲੈ ਕੇ ਹੁਣ ਤੱਕ ਅੱਗੇ ਸਾਇੰਸ ਨੇ ਤਰੱਕੀ ਕੀਤੀ ਹੈ ਜੀ। ਪੁਰਾਤਨ ਦਾ ਹਾਰਸਿਸ ਦਾ ਬਹੁਤ ਅੱਛਾ ਯੋਗਦਾਨ ਰਿਹਾ ਆ। ਸਾਡੇ ਗੁਰੂਆਂ ਨੇ ਮੈਦਾਨ ਫਤਿਹ ਕੀਤੇ ਨੇ, ਝਾਂਸੀ ਦੀ ਰਾਣੀ ਨੇ ਮੈਦਾਨ ਫਤਿਹ ਕੀਤੇ ਨੇ, ਦੁਸ਼ਮਣਾਂ 'ਤੇ ਜੰਗਾਂ ਦੇ ਵਿੱਚ ਘੋੜਿਆਂ ਨੇ ਉਹਨਾਂ ਦਾ ਸਹਿਯੋਗ ਦਿੱਤਾ, ਜਿਹਦੇ ਕਰਕੇ ਕਿ ਅਸੀਂ ਅੱਜ ਆਜ਼ਾਦੀ ਦੀ ਜ਼ਿੰਦਗੀ ਜਿਹੜੀ ਆ ਪੀਸਫੁਲੀ ਜੀ ਰਹੇ ਹਾਂ। ਉਹਨਾਂ ਨੇ ਸਾਨੂੰ ਅੱਗੇ ਆਉਣ ਦਾ ਮੌਕਾ ਦਿੱਤਾ। ਬਿਲਕੁਲ ਸਹੀ, ਜਿਵੇਂ ਤੁਸੀਂ ਦੱਸਿਆ ਕਿ ਘੋੜੇ ਬੇਸ਼ੱਕ ਪੁਰਾਤਨ ਸਮੇਂ ਤੋਂ ਸਾਡਾ ਵਹੀਕਲ ਰਹੇ ਨੇ, ਸਾਡੀ ਆਵਾਜਾਈ ਦੇ ਸਾਧਨ ਰਹੇ ਨੇ ਤੇ ਅੱਜ ਵੀ ਉਹਨਾਂ ਦੀ ਮਹੱਤਤਾ ਹੈ। ਤੇ ਤੁਹਾਡੀਆਂ ਡਿਊਟੀਜ਼ ਟ੍ਰੇਨਿੰਗ ਫੀਲਡ ਤੋਂ ਬਾਅਦ ਕਿਹੋ ਜਿਹੀਆਂ ਲੱਗਦੀਆਂ ਨੇ? ਕਿਹੋ ਜਿਹੇ ਹਾਲਾਤ ਵਿੱਚ, ਕਿਹੋ ਜਿਹੀਆਂ ਥਾਵਾਂ ਤੇ? ਮੈਮ ਕਈ ਵਾਰੀ ਤਾਂ ਲਾਅ ਐਂਡ ਆਰਡਰ ਡਿਊਟੀ ਹੁੰਦੀ ਹੈ, ਕਿਸੇ ਵੀ ਤਰ੍ਹਾਂ ਦਾ ਕੋਈ ਹੰਗਾਮਾ ਹੋ ਰਿਹਾ ਉਹਦੇ ਵਿੱਚ ਹਾਰਸਿਸ ਦੀ ਡਿਊਟੀ ਜਿਹੜੀ ਹੈ ਅਹਿਮ ਮੰਨੀ ਜਾਂਦੀ ਹੈ, ਕਿਉਂਕਿ ਲੱਖ ਵਹੀਕਲ ਵੀ ਆ ਗਏ ਆ, ਪਰ ਜਿੱਥੇ ਇੱਕ ਦਹਿਸ਼ਤ ਐਨੀਮਲ ਦੀ ਜਾ ਕੇ ਹੋਣੀ ਆ ਜਾਂ ਹਾਰਸ ਦੀ ਹੈ ਪਬਲਿਕ ਦੇ ਵਿੱਚ, ਉਹਨੇ ਹੀ ਮਤਲਬ ਪਬਲਿਕ ਦੇ ਵਿੱਚ ਸਾਡੀ ਹੈਲਪ ਕਰਨੀ ਹੈ, ਪੁਲਿਸ ਐਡਮਿਨਿਸਟ੍ਰੇਸ਼ਨ ਦੀ ਹੈਲਪ ਕਰਨੀ ਹੈ, ਜਿਹਦੇ ਲਈ ਕਿ ਕਾਫੀ ਜਗ੍ਹਾ 'ਤੇ ਹੰਗਾਮਾ ਹੁੰਦਾ ਆ ਤਾਂ ਹਾਰਸ ਦੀ ਜਿਹੜੀ ਆ ਇੱਕ ਫਾਰਮੇਸ਼ਨਸ ਟੁਕੜੀ ਨੂੰ ਭੇਜਿਆ ਜਾਂਦਾ ਆ, ਜਿਹਦੇ ਕਰਕੇ ਕਿ ਉਸ ਚੀਜ਼ 'ਤੇ ਠੱਲ ਪਾਈ ਜਾਂਦੀ ਆ। ਆਸ਼ੀਸ਼ ਜੀ, ਜਿਵੇਂ ਤੁਸੀਂ ਦੱਸਿਆ ਕਿ ਤੁਹਾਨੂੰ ਕੋਈ ਇੱਕ ਦਹਾਕੇ ਦੇ ਕਰੀਬ ਹੋ ਗਿਆ ਸਮਾਂ ਇਸ ਲਾਈਨ ਦੇ ਵਿੱਚ ਇੱਕ ਟ੍ਰੇਨਰ ਦੇ ਤੌਰ ਤੇ ਕੀ ਤਜਰਬਾ ਰਿਹਾ ਤੁਹਾਡਾ ਕਿ ਜਿਹੜੀਆਂ ਫੀਮੇਲ ਆਫੀਸਰਸ ਆਉਂਦੀਆਂ ਨੇ ਟ੍ਰੇਨਿੰਗ ਦੇ ਵਾਸਤੇ, ਉਹਨਾਂ ਦਾ ਆਪਣੇ ਕੰਮ ਪ੍ਰਤੀ ਤੇ ਜਿਹੜਾ ਤੁਹਾਡਾ ਕੰਮ ਹੈ ਉਹਦੇ ਪ੍ਰਤੀ ਕੀ ਨਜ਼ਰੀਆ ਹੁੰਦਾ, ਤੇ ਕੀ ਹਿੰਦੁਸਤਾਨ 'ਚ ਜਾਂ ਪੰਜਾਬ 'ਚ ਹੋਰ ਹਾਊਸ ਰਾਈਡਰ ਜਿਹੜੀਆਂ ਨੇ ਟ੍ਰੇਨਿੰਗ ਦੇਣ ਵਾਲੀਆਂ ਬਣੀਆਂ ਨੇ? ਮੈਮ ਪੰਜਾਬ ਦੇ ਵਿੱਚ ਜਾਂ ਹਿੰਦੁਸਤਾਨ ਦਾ ਤਾਂ ਨਹੀਂ ਮੈਂ ਇੰਨਾ ਕਹਿ ਸਕਦੀ ਕਿ ਕੋਈ ਵੀ ਹਾਰਸ ਰਾਈਡਰ ਮੈਨੂੰ ਨਹੀਂ ਮਿਲੇ ਹੈਗੇ। ਜਦੋਂ ਵੀ ਮੈਂ ਸਾਡੇ ਇਵੈਂਟਸ ਹੁੰਦੇ ਆ ਹਾਰਸ ਰਾਈਡਿੰਗ ਦੇ, ਗਈ ਹਾਂ 1-2 ਜਗ੍ਹਾ 'ਤੇ ਇਵੈਂਟਸ ਨੂੰ ਵੀ ਪਾਰਟਿਸਿਪੇਟ ਕਰਨ ਵਾਸਤੇ, ਤਾਂ ਮੇਲਸ ਦੇ ਨਾਲ ਹੀ ਮੈਨੂੰ ਜਿਹੜਾ ਆ ਕੰਪੀਟੀਸ਼ਨ ਕਰਨਾ ਪੈਂਦਾ ਆ। ਤੇ ਉਸ ਤੋਂ ਬਾਅਦ ਕਾਫੀ ਦਹਾਕਿਆਂ ਤੋਂ ਜਿਸ ਤਰ੍ਹਾਂ ਦੇਖ ਰਹੇ ਹਾਂ ਅਸੀਂ ਵੀ, ਜਿਹੜੀਆਂ ਲੇਡੀਜ਼ ਹੈ ਉਹਨਾਂ ਨੂੰ ਅੱਗੇ ਵਧਣ ਦਾ ਮੌਕਾ ਨਹੀਂ ਦਿੱਤਾ ਜਾਂਦਾ। ਪਰ ਹੁਣ ਜਿਹੜਾ ਆ ਜਿਸ ਤਰ੍ਹਾਂ ਲਾ ਲਓ ਵੀ ਹੌਲੀ ਹੌਲੀ ਨਾਰੀ ਜਾਗਰੂਕ ਹੋ ਰਹੀ ਹੈ, ਚਾਹੇ ਮੇਲ ਦੀ ਸਪੋਰਟ ਦੇ ਨਾਲ ਹੀ ਹੋ ਰਹੀ ਹੈ। ਮੇਲ ਨੇ ਕਾਫੀ ਹੈਲਪ ਕੀਤੀ ਹੈ ਨਾਰੀ ਨੂੰ ਅੱਗੇ ਆਉਣ ਲਈ। ਜਿਸ ਤਰ੍ਹਾਂ ਕਿ ਮੇਰਾ ਵੀ ਫੀਲਡ ਹੈ, ਮੇਰੇ ਫੀਲਡ ਦੇ ਵਿੱਚ ਵੀ ਤਕਰੀਬਨ ਸਾਰੇ ਮੇਲ ਹੀ ਹੈ। ਜਦੋਂ ਮੈਂ ਕੰਪੀਟੀਸ਼ਨ ਕੀਤਾ, ਜਦੋਂ ਮੈਂ ਟ੍ਰੇਨਿੰਗ ਲਿੱਤੀ, ਜਦੋਂ ਮੈਂ ਟ੍ਰੇਨਿੰਗ ਦੇ ਲਈ ਆਪਣੇ ਆਪ ਨੂੰ ਲੈ ਕੇ ਵੀ ਗਈ, ਉੱਥੇ ਵੀ ਮੇਲ ਨੇ ਹੀ ਮਤਲਬ ਵੀ ਹੈਲਪ ਕੀਤੀ ਆ। ਕੋਈ ਇਹ ਨਹੀਂ ਕੀਤਾ ਵੀ ਹਾਂ ਵੀ ਕੁੜੀ ਆ ਗਈ ਭਜਾ ਦਿਓ ਜੀ ਇਹਨੂੰ ਨਹੀਂ ਰਾਈਡਿੰਗ ਕਰਵਾ ਸਕਦੇ ਆਪਾਂ, ਇਸ ਤਰ੍ਹਾਂ ਦੀ ਵਰਡਿੰਗ ਕਦੀ ਨਹੀਂ ਯੂਜ਼ ਹੋਈ ਹੈਗੀ। ਸੋ ਹੁਣ ਦੀਆਂ ਜਿਹੜੀ ਲੇਡੀਜ਼ ਹੈ ਉਹ ਮੈਮ ਖੁਦ ਆਪਣੇ ਵੱਲੋਂ ਇੱਕ ਹੌਸਲਾ ਅਫਜ਼ਾਈ ਲਈ ਆਉਂਦੀਆਂ ਨੇ ਅੱਗੇ,
ਔਰ ਜਦੋਂ ਦੇਖਦੀਆਂ ਨੇ ਵੀ ਇੱਕ ਅੱਗੇ ਫੀਮੇਲ ਟ੍ਰੇਨਰ ਹੈ ਤਾਂ ਹੋਰ ਹੌਸਲਾ ਵੱਧ ਜਾਂਦਾ ਉਹਨਾਂ ਦਾ। ਮੋਸਟਲੀ ਜਿਸ ਤਰ੍ਹਾਂ ਆਪਾਂ ਨੂੰ ਲੇਡੀਜ਼ ਨੂੰ ਸ਼ੁਰੂ ਤੋਂ ਦੱਸਿਆ ਜਾਂਦਾ ਵੀ ਰੋਂਗ ਟੱਚ ਨਹੀਂ ਹੋਣਾ ਚਾਹੀਦਾ, ਤਾਂ ਉਹ ਇਸ ਚੀਜ਼ ਨੂੰ ਲੈ ਕੇ ਕਾਫੀ ਖੁਸ਼ ਹੁੰਦੀਆਂ ਨੇ ਵੀ ਚਲੋ ਇੱਕ ਫੀਮੇਲ ਟ੍ਰੇਨਰ ਹੈ, ਵੀ ਇਸ ਤਰ੍ਹਾਂ ਦੀ ਵੀ ਕੋਈ ਹੈਪਨਿੰਗ ਨਹੀਂ ਹੋਏਗੀ ਇਸ ਫੀਲਡ ਵਿੱਚ। ਤੇ ਇੱਕ ਮੇਰੇ ਜ਼ਹਿਨ 'ਚ ਹੋਰ ਗੱਲ ਇਹ ਆ ਰਹੀ ਹੈ ਕਿ ਜਿਸ ਤਰ੍ਹਾਂ ਬਹੁਤ ਸਾਰੀਆਂ ਖੇਡਾਂ ਨੇ ਜਿਨ੍ਹਾਂ ਨੂੰ ਮਰਦਾਨੀਆਂ ਖੇਡਾਂ ਕਿਹਾ ਜਾਂਦਾ ਹੈ, ਤੇ ਘੋੜ ਸਵਾਰੀ ਵੀ ਜਿਹੜੀ ਹੈ ਮੁੱਖ ਤੌਰ 'ਤੇ ਸਮਝਿਆ ਜਾਂਦਾ ਕਿ ਮਰਦ ਜਿਹੜੇ ਨੇ ਉਹ ਕਰ ਸਕਦੇ ਨੇ। ਉਹ ਚਲੋ ਇੱਕ ਤਾਂ ਜੋ ਸਾਡਾ ਸਮਾਜਿਕ ਤਾਣਾ ਬਾਣਾ ਉਹਦੇ ਕਰਕੇ ਵੀ, ਦੂਜੀ ਸਰੀਰਕ ਬਣਤਰ ਵੀ। ਕਿ ਇੱਕ ਔਰਤ ਹੋਣ ਦੇ ਨਾਤੇ ਤੁਹਾਨੂੰ ਲੱਗਦਾ ਕਿ ਹਾਰਸ ਰਾਈਡਿੰਗ ਕਰਦੇ ਸਮੇਂ ਤੁਸੀਂ ਕੰਫਰਟੇਬਲ ਫੀਲ ਕਰਦੇ ਹੋ, ਜਾਂ ਤੁਹਾਨੂੰ ਕੁਝ ਸਪੈਸ਼ਲ ਤਿਆਰੀ ਕਰਨੀ ਪੈਂਦੀ ਹੈ ਕਿ ਹਰ ਤਰ੍ਹਾਂ ਦੀ ਡਰੈਸ ਵਿੱਚ ਪਹਿਰਾਵੇ 'ਚ ਤੁਸੀਂ ਘੋੜ ਸਵਾਰੀ ਕਰ ਸਕਦੇ ਹੋ, ਜਾਂ ਘੋੜ ਸਵਾਰੀ ਲਈ ਅਲੱਗ ਪਹਿਰਾਵਾ ਤੁਸੀਂ ਇਖਤਿਆਰ ਕਰਦੇ ਹੋ? ਜੀ ਮੈਮ, ਡਿਪਾਰਟਮੈਂਟ ਤੌਰ 'ਤੇ ਤਾਂ ਸਾਨੂੰ ਡਰੈਸਅਪ ਦੇ ਵਿੱਚ ਹੀ ਰਹਿਣਾ ਪੈਂਦਾ ਆ, ਕੋਈ ਅਲੱਗ ਤੋਂ ਪਹਿਰਾਵਾ ਨਹੀਂ ਹੁੰਦਾ। ਸਾਡੀ ਜਿਹੜੀ ਯੂਨੀਫਾਰਮ ਹੈ ਪੰਜਾਬ ਪੁਲਿਸ ਦੀ ਅਫਸਰਾਂ ਵੱਲੋਂ, ਉਹਦੇ ਵਿੱਚ ਜੋ ਵੀ ਹੈਗੇ ਆ ਪਾਰਟ, ਉਹ ਸਾਡੇ ਪਾਰਟ ਸਾਰੇ ਯੂਨੀਫਾਰਮ ਦੇ ਵਿੱਚ ਹੁੰਦੇ ਆ। ਯੂਨੀਫਾਰਮ ਲੈ ਕੇ ਹੀ ਸਾਨੂੰ ਮਤਲਬ ਜਿਹੜਾ ਹੈ ਫੀਲਡ ਦੇ ਵਿੱਚ ਉਤਰਨਾ ਪੈਂਦਾ ਆ। ਕੋਈ ਇਸ ਤਰ੍ਹਾਂ ਦਾ ਅਲੱਗ ਤੋਂ ਕੁਝ ਨਹੀਂ ਹੁੰਦਾ, ਕੋਈ ਇਕਵਿਪਮੈਂਟ ਨਹੀਂ ਅਲੱਗ ਤੋਂ ਲਿੱਤਾ ਜਾਂਦਾ ਆ। ਜੋ ਸਾਡੇ ਡਿਪਾਰਟਮੈਂਟ ਵੱਲੋਂ ਇੰਸਟਰਕਸ਼ਨਸ ਦਿੱਤੀਆਂ ਗਈਆਂ ਵੀ ਆਪਾਂ ਇਸ ਫੀਲਡ ਦੇ ਲਈ, ਇਸ ਕੰਮ ਲਈ ਜਾਣਾ ਆ, ਲਾ ਐਂਡ ਆਰਡਰ ਡਿਊਟੀ ਇਸ ਕੰਮ ਲਈ ਹੈਗੀ ਆ, ਜਾਂ ਅਸੀਂ VIP ਨੂੰ ਸਕਾਟ ਕਰਨ ਵਾਸਤੇ ਜਾ ਰਹੇ ਹਾਂ, ਤਾਂ ਉਹਦੇ ਲਈ ਜੋ ਇਕਵਿਪਮੈਂਟ ਹੈਗੇ ਆ ਉਹ ਅਸੀਂ ਉਹਦੇ ਅਕੋਰਡਿੰਗ ਟੂ ਹੀ ਲੈਂਦੇ ਹਾਂ। ਇੱਕ ਚੀਜ਼ ਮੈਂ ਬੜੀ ਵਾਰ ਦੇਖੀ ਹੈ ਆਸ਼ੀਸ਼ ਜੀ, ਖਾਸ ਤੌਰ 'ਤੇ ਜਦੋਂ ਆਪਾਂ ਸਰਕਾਰੀ ਨੌਕਰੀਆਂ ਵਿੱਚ ਵੀ ਜਾਂ ਕਈ ਵਾਰ ਪ੍ਰਾਈਵੇਟ ਵਿੱਚ ਵੀ, ਕਿ ਲੜਕੀਆਂ ਲੜਕੀ ਹੋਣ ਦੇ ਨਾਤੇ ਐਕਸਕਿਊਜ਼ਸ ਲੈਂਦੀਆਂ ਨੇ ਜਾਂ ਪੁੱਛਦੀਆਂ ਨੇ ਕਿ ਲੇਟ ਆਵਰਸ 'ਚ ਅਸੀਂ ਘਰੋਂ ਬਾਹਰ ਨਹੀਂ ਰਹਿ ਸਕਦੇ, ਰੀਜ਼ਨ ਭਾਵੇਂ ਕੋਈ ਵੀ ਹੋਵੇ, ਹੈ ਨਾ, ਤੇ ਜਾਂ ਕੁਝ ਗੱਲਾਂ ਦਾ ਕਿ ਹਾਂ ਇੱਦਾਂ ਦੇ ਹਾਲਾਤ 'ਚ ਮੈਂ ਨਹੀਂ ਜਾ ਸਕਦੀ। ਤੁਸੀਂ ਕਦੇ ਔਰਤ ਹੋਣ ਦੇ ਨਾਤੇ ਆਪਣੇ ਕੰਮ ਤੋਂ ਕਿਸੇ ਵਜ੍ਹਾ ਕਰਕੇ ਇੱਦਾਂ ਚਾਹਿਆ ਕਿ ਹਾਂ ਇਸ ਹਾਲਾਤ 'ਚ ਮੈਂ ਕੰਮ ਨਹੀਂ ਕਰ ਸਕਦੀ, ਜਾਂ ਇਸ ਸਿਚੁਏਸ਼ਨ 'ਚ ਮੈਂ ਕੰਮ 'ਤੇ ਨਹੀਂ ਜਾ ਸਕਦੀ, ਜਾਂ ਇੱਦਾਂ ਦੀ ਖਾਸ ਕੋਈ ਸਥਿਤੀ ਪੈਦਾ ਹੋ ਗਈ ਹੈ ਉਹਦੇ ਵਿੱਚ ਮੈਂ ਨਹੀਂ ਜਾ ਸਕਦੀ, ਜਾਂ ਕਦੇ ਮਨ 'ਚ ਫੀਅਰ ਜਾਂ ਕਿਸੇ ਤਰ੍ਹਾਂ ਦਾ ਖੌਫ ਆਇਆ? ਮੈਮ, ਟੀਮ ਮੈਂਬਰ ਹੀ ਇੰਨੇ ਅੱਛੇ ਆ, ਕਦੀ ਇੱਦਾਂ ਦਾ ਖੌਫ ਆਇਆ ਹੀ ਨਹੀਂ। ਸੀਨੀਅਰ ਆਫੀਸਰਸ ਦਾ ਸਹਿਯੋਗ ਇੰਨਾ ਅੱਛਾ ਆ, ਕਦੀ ਇਸ ਚੀਜ਼ ਬਾਰੇ ਸੋਚਣ ਦੀ ਜ਼ਰੂਰਤ ਨਹੀਂ ਪਈ। ਈਵਨ ਕਿ ਜਦੋਂ ਕਾਲਜ ਟਾਈਮ ਤੋਂ ਸਿੱਖਦੇ ਵੀ ਸੀਗੇ ਹਾਰਸ ਰਾਈਡਿੰਗ, ਉਦੋਂ ਵੀ ਇੰਸਟਰਕਟਰ ਜਿਹੜੇ ਸੀਗੇ ਉਹ ਆਰਮੀ ਨਾਲ ਅਟੈਚ ਸੀਗੇ, ਤਾਂ ਉਹ ਇੱਕ ਰਿਸਪੈਕਟ ਹੀ ਮਿਲੀ ਹੈ ਮੈਮ ਹਰੇਕ ਜਗ੍ਹਾ 'ਤੇ। ਕੋਈ ਇਸ ਤਰ੍ਹਾਂ ਦਾ ਨਹੀਂ ਹੋਇਆ ਜਿੱਦਾਂ ਆਮ ਪੁਲਿਸ ਦਾ ਖੌਫ ਹੈ ਪਬਲਿਕ ਦੇ ਮਨ ਦੇ ਵਿੱਚ ਵੀ, ਭਾਈ ਲੇਡੀਜ਼ ਸੇਫ ਨਹੀਂ ਆ, ਇਹ ਨਹੀਂ ਆ, ਉਹ ਨਹੀਂ ਆ, ਬਟ ਇਸ ਤਰ੍ਹਾਂ ਕਦੀ ਕੁਝ ਨਹੀਂ ਹੋਇਆ ਮੈਮ। ਆਪਣੇ ਦਿਲ ਦੇ ਵਿੱਚ ਇੱਕ ਹੌਸਲਾ ਬੁਲੰਦ ਹੋਣਾ ਚਾਹੀਦਾ ਆ। ਜਿਸ ਤਰ੍ਹਾਂ ਜਿਹੜੀ ਵੀ ਕੋਈ ਜੌਬ ਹੈ ਉਹਦੀ ਇੱਕ ਸਮੇਂ ਤੋਂ ਬਾਅਦ ਰਿਟਾਇਰਮੈਂਟ ਵੀ ਹੁੰਦੀ ਹੈ, ਜਾਂ ਸਪੋਰਟਸ ਪਰਸਨ ਜਿਹੜੇ ਨੇ ਖੇਡਾਂ ਦੇ ਫੀਲਡ 'ਚ ਕੰਮ ਕਰਨ ਵਾਲੇ ਖਿਡਾਰੀਆਂ ਦੀ ਗੱਲ ਕਰਾਂ, ਤੇ ਉਹ ਵੀ ਜਿਹੜੇ ਨੇ ਉਹ ਇੱਕ ਟਾਈਮ ਤੋਂ ਬਾਅਦ ਸੋਚਦੇ ਆ ਕਿ ਹੁਣ ਅਸੀਂ ਇਹ ਖੇਡ ਨਹੀਂ ਕਰਾਂਗੇ, ਅਸੀਂ ਕੋਈ ਹੋਰ ਕੰਮ ਕਰਾਂਗੇ। ਤੇ ਜੇ ਘੋੜ ਸਵਾਰੀ ਦੀ ਗੱਲ ਕਰੀਏ, ਘੋੜ ਸਵਾਰੀ ਕਿੰਨੀ ਉਮਰ ਤੱਕ ਜਿਹੜੀ ਹੈ, ਇੱਕ ਤਾਂ ਆਫੀਸ਼ੀਅਲੀ ਰਿਟਾਇਰਮੈਂਟ ਹੋ, ਕਿੰਨੀ ਉਮਰ ਤੱਕ ਕੋਈ ਬੰਦਾ ਕਰ ਸਕਦਾ? ਮੈਮ, ਜਦੋਂ ਕਿਸੇ ਕੰਮ ਕਰਨ ਦਾ ਜਜ਼ਬਾ ਹੋਵੇ ਤਾਂ ਉਹਦੇ ਲਈ ਉਮਰ ਕੋਈ ਨਹੀਂ ਹੈ। ਤੁਸੀਂ ਦੇਖੋ, ਅਗਰ ਇੱਕ ਛੋਟੇ ਜਿਹੇ ਬੇਬੀ ਨੂੰ ਕਿਸੇ ਕੰਮ ਦਾ ਕ੍ਰਿਓਟ ਹੈ ਤਾਂ ਉਹ ਬੇਬੀ ਉਸ ਕੰਮ ਦੇ ਲਈ ਆਪਣੀ ਕ੍ਰਿਓਟੀ ਦਿਖਾਉਂਦਾ ਆ, ਔਰ ਆਪਣੀ ਮਦਰ ਨੂੰ ਵੀ ਪੂਰਾ ਫੋਰਸ ਕਰਦਾ, ਨਹੀਂ 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 ਜਾਣਾ ਆ। ਸੋ ਇਸ ਲਈ ਜਿਹੜਾ ਮੇਰਾ ਫੀਲਡ ਹੈ ਇਹਦੇ ਵਿੱਚ ਵੀ ਏਜ ਦੀ ਕੋਈ ਲਿਮਿਟੇਸ਼ਨਸ ਨਹੀਂ ਹੈ। ਸਾਡੇ ਕੋਲ ਕਈ ਇਸ ਤਰ੍ਹਾਂ ਦੇ ਵੀ ਆਉਂਦੇ ਨੇ, ਕਈ ਵਾਰੀ ਇੱਧਰੋਂ ਰੋਡ ਤੋਂ ਪਾਸ ਕਰਦੇ ਹੁੰਦੇ ਆ, ਜਾਂ ਅਸੀਂ ਹਾਰਸਿਸ ਲੈ ਕੇ ਜਾਂਦੇ ਹਾਂ ਤਾਂ ਉਹ ਕਹਿ ਦਿੰਦੇ ਜੀ ਇੱਕ ਵਾਰੀ ਘੋੜੇ 'ਤੇ ਬਿਠਾ ਦਿਓ, ਸਾਡਾ ਦਿਲ ਬਹੁਤ ਕਰਦਾ ਆ। ਜਦੋਂ ਦਿਲ ਕਰਦਾ ਹੋਵੇ ਮੈਡਮ, ਫਿਰ ਕੋਈ ਵੀ ਕੰਮ ਮੁਸ਼ਕਿਲ ਨਹੀਂ ਹੈ ਕਿਸੇ ਵੀ ਉਮਰ ਦੇ ਵਿੱਚ। ਤੇ ਤੁਸੀਂ ਜਿਹੜਾ ਕੰਮ ਕਰ ਰਹੇ ਹੋ ਜਿਸ ਫੀਲਡ 'ਚੋਂ, ਇੱਕ ਬੜਾ ਅਲੱਗ ਫੀਲਡ ਵੀ ਹੈ ਔਰ ਬੜਾ ਮਾਣ ਵਾਲਾ ਕੰਮ ਵੀ ਹੈ। ਹੁਣ ਤੱਕ ਦਾ ਸਭ ਤੋਂ ਵੱਡਾ ਮਾਣ ਵਾਲਾ ਕੋਈ ਇਨਸੀਡੈਂਟ, ਕੋਈ ਐਸਾ ਸਪੈਸ਼ਲ ਮੂਮੈਂਟ ਜਿਹਦੇ ਤੁਹਾਨੂੰ ਬਹੁਤ ਫਖਰ ਹੋਇਆ ਹੋਵੇ ਇੱਕ ਫੀਮੇਲ ਹੋਣ ਦੇ ਨਾਤੇ? ਮੈਮ, ਸਭ ਤੋਂ ਪਹਿਲਾਂ ਤਾਂ ਜਿਹੜਾ ਸਾਡੇ IG ਮੈਮ ਨੇ ਮੈਨੂੰ ਅੱਜ ਇੱਥੇ ਪ੍ਰੋਗਰਾਮ ਦੇ ਵਿੱਚ ਆਉਣ ਦੀ ਪਰਮਿਸ਼ਨ ਦਿੱਤੀ, ਮੈਂ ਉਹਨਾਂ ਦਾ ਬਹੁਤ ਮਤਲਬ ਥੈਂਕਸ ਕਰ ਰਹੀ ਹਾਂ ਹਾਰਟਲੀ। ਇਹੀ ਮੇਰੇ ਲਈ ਸਭ ਤੋਂ ਵੱਡੀ ਅਚੀਵਮੈਂਟ ਹੈ ਕਿ ਮੈਂ ਅੱਜ ਉਹਨਾਂ ਦੇ ਕਰਕੇ ਦੁਨੀਆ ਵਿੱਚ ਆ ਰਹੀ ਹਾਂ। ਔਰ ਇਹ ਬਹੁਤ ਅੱਛੀ ਗੱਲ ਹੈ ਕਿਉਂਕਿ ਸਾਡਾ ਜਿਹੜਾ ਪ੍ਰੋਗਰਾਮ ਹੈ ਦੂਰਦਰਸ਼ਨ ਦੇ ਜ਼ਰੀਏ ਦੁਨੀਆ ਭਰ 'ਚ ਬੈਠੇ ਨੌਜਵਾਨ ਤੇ ਖਾਸ ਤੌਰ 'ਤੇ ਕੁੜੀਆਂ ਤੇ ਲੜਕੀਆਂ ਨੂੰ ਉਤਸ਼ਾਹਿਤ ਕਰਨਾ ਹੈ ਕਿ ਜ਼ਿੰਦਗੀ ਦੀਆਂ ਚੁਣੌਤੀਆਂ ਜਿਹੜੀਆਂ ਨੇ ਉਹ ਜਜ਼ਬੇ ਵਾਲੇ ਲੋਕਾਂ ਦਾ ਰਾਹ ਨਹੀਂ ਰੋਕ ਸਕਦੀਆਂ। ਤੇ ਆਪਣੀ ਪ੍ਰੋਫੈਸ਼ਨ 'ਚ ਹੁਣ ਤੱਕ ਦੀ ਆਈ ਸਭ ਤੋਂ ਵੱਡੀ ਚੁਣੌਤੀ ਮੈਡਮ, ਸਭ ਤੋਂ ਪਹਿਲਾਂ ਤਾਂ ਇਹੀ ਸੀ ਵੀ ਮੇਲਸ ਦੇ ਵਿੱਚ ਮੂਵ ਕਰਨਾ ਆ ਔਰ ਸਮਾਜ ਨੂੰ ਪਿੱਛੇ ਛੱਡਣਾ ਆ। ਸਮਾਜ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਅੱਗੇ ਆਉਣ ਲਈ ਨਹੀਂ ਉਤਸ਼ਾਹਿਤ ਕਰਦਾ, ਚਾਹੇ ਉਹ ਮੇਲ ਹੀ ਕਿਉਂ ਨਾ ਹੋਵੇ। ਵੀ ਉਸ ਫੀਲਡ ਦੇ ਵਿੱਚ ਜਾਣਾ ਚਾਹੁੰਦੇ ਆ ਤਾਂ ਉਹਦੇ ਵੀ 2-4 ਦੋਸਤ ਇੱਦਾਂ ਦੇ ਹੁੰਦੇ ਆ ਜਿਹੜੇ ਕਿ ਲੈਗ ਪੁਲਿੰਗ ਲਈ ਬੈਠੇ ਹੁੰਦੇ ਆ, ਜਿਹਨੂੰ ਆਪਾਂ ਕਹਿ ਸਕਦੇ ਹਾਂ ਵੀ ਜੇ ਕੋਈ ਲੜਕਾ ਵੀ ਤਰੱਕੀ ਕਰਦਾ ਆ ਤਾਂ ਉਹਦੇ ਲਈ ਵੀ ਕਿੰਤੂ ਪਰੰਤੂ ਕੀਤੀ ਜਾਂਦੀ ਆ ਵੀ ਇਹਨਾਂ ਦਾ ਲੜਕਾ ਹੋ ਕੇ ਇੰਨੀ ਤਰੱਕੀ ਕਰ ਗਿਆ
ਤਾਂ ਉਹਦੇ ਵਿੱਚ ਇੱਕ ਮੈਡਮ ਜਿਸ ਤਰ੍ਹਾਂ ਵਰਗ ਆਉਂਦੇ ਆ, ਮੱਧ ਵਰਗ ਦੇ ਬੱਚੇ ਜਦੋਂ ਅੱਗੇ ਨਿਕਲਦੇ ਆ, ਚਾਹੇ ਉਹ ਮੇਲ ਹੀ ਕਿਉਂ ਨਾ ਹੋਵੇ, ਉਹਦੇ ਤੇ ਵੀ ਉਂਗਲੀ ਉਠਾਈ ਜਾਂਦੀ ਆ। ਸੋ ਇਹ ਜਿਹੜਾ ਫੀਲਡ ਆ ਇਹਦੇ ਵਿੱਚ ਵੀ ਮੇਰੇ ਲਈ ਵੀ ਚੁਣੌਤੀਆਂ ਸੀਗੀਆਂ। ਤਾਂ ਕੋਈ ਗੱਲ ਨਹੀਂ, ਪਰਮਾਤਮਾ ਨੇ ਸਾਥ ਦਿੱਤਾ ਔਰ ਤੁਹਾਡੇ ਵਰਗੇ ਅੱਛੇ ਚਿਹਰੇ ਮੇਰੇ ਨਾਲ ਸੀ, ਉਹਨਾਂ ਦੀਆਂ ਦੁਆਵਾਂ ਮੇਰੇ ਨਾਲ ਸੀ। ਸਭ ਤੋਂ ਵੱਡੀ ਗੱਲ ਮੇਰੇ ਨਾਲ ਮੇਰਾ ਮਹਿਕਮਾ ਆ, ਪਰਮਾਤਮਾ ਆ। ਇਹ ਸਾਡੇ ਪਹਿਲੀ ਲੇਡੀਜ਼ ਟੈਕ ਪਿਛਲੇ 10 ਸਾਲ ਤੋਂ ਇੱਥੇ ਡਿਊਟੀ ਕਰ ਰਹੇ ਆ। ਪਹਿਲੇ ਸਾਨੂੰ ਲੇਡੀਜ਼ ਟ੍ਰੇਨਿੰਗ ਨੂੰ ਟ੍ਰੇਨਿੰਗ ਦੇਣ ਦੀ ਦਿੱਕਤ ਬਹੁਤ ਆ ਰਹੀ ਸੀ। ਸਾਨੂੰ ਜਦੋਂ ਪਹਿਲੀ ਵਾਰ ਪਤਾ ਲੱਗਾ ਵੀ ਲੜਕੀ ਇੱਕ ਆ ਰਹੀ ਹਾਊਸ ਟ੍ਰੇਨਰ, ਪਹਿਲੀ ਵਾਰ ਸਾਨੂੰ ਲੱਗਾ ਵੀ ਸ਼ਾਇਦ ਐਡਜਸਟ ਨਾ ਕਰ ਪਾਏ, ਲੇਕਿਨ ਜਦੋਂ ਆ ਗਏ ਤਨਦੇਹੀ ਨਾਲ ਮਿਹਨਤ ਨਾਲ ਕੰਮ ਕਰਕੇ ਸਾਨੂੰ ਦਿਖਾਇਆ, ਬਹੁਤ ਵਧੀਆ। ਆਸ਼ੀਸ਼ ਜੀ, ਅਸੀਂ ਤੁਹਾਡੇ ਪਰਿਵਾਰ ਬਾਰੇ ਤਾਂ ਜਾਣਦੇ ਹਾਂ। ਤੁਹਾਡੇ ਫਾਦਰ ਸਾਹਿਬ ਬੜੀ ਛੋਟੀ ਉਮਰ ਦੇ ਵਿੱਚ ਇਸ ਦੁਨੀਆ ਤੋਂ ਚਲੇ ਗਏ ਸੀ। ਤੁਹਾਡੇ ਮਦਰ ਨੇ ਤੁਹਾਡੀ ਇੱਕ ਸਿਸਟਰ ਔਰ ਇੱਕ ਬ੍ਰਦਰ ਦੇ ਨਾਲ ਤੁਹਾਡਾ ਪਾਲਣ ਪੋਸ਼ਣ ਕੀਤਾ। ਤੁਸੀਂ ਆਪਣੇ ਪਰਿਵਾਰ ਬਾਰੇ ਦੱਸੋ। ਮੈਮ ਮੇਰੇ ਮਦਰ ਤਾਂ ਹੁਣ ਇਸ ਟਾਈਮ ਨਹੀਂ ਹੈਗੇ ਆ, ਮੇਰੀ ਮੈਰਿਜ ਹੋ ਚੁੱਕੀ ਆ, ਮੇਰੇ 2 ਬੇਬੀਜ਼ ਆ, ਇੱਕ ਬੇਟਾ ਆ, ਇੱਕ ਬੇਟੀ ਆ। ਬੇਟਾ ਮੇਰਾ ਵੀ ਥੋੜ੍ਹਾ ਜਿਹਾ ਇੰਟਰਸਟ ਰੱਖਦਾ ਆ ਹਾਰਸ ਰਾਈਡਿੰਗ ਦੇ ਵਿੱਚ, ਬਟ ਸਟੱਡੀ ਟਫ ਹੋਣ ਕਰਕੇ ਉਹਨੂੰ ਥੋੜ੍ਹਾ ਬਹੁਤਾ ਕਦੀ ਕਦੀ ਝੂਟਾ ਦਵਾ ਦੀਦਾ ਜੀ, ਜਿੱਦਾਂ ਬੱਚਿਆਂ ਨੂੰ ਸ਼ੌਂਕ ਲਈ ਦਿੱਤਾ ਜਾਂਦਾ ਆ। ਸੋ ਮੇਰੇ ਹਸਬੈਂਡ ਮੇਰੀ ਬਹੁਤ ਸਪੋਰਟ ਕਰਦੇ ਆ ਇਸ ਫੀਲਡ ਲਈ। ਮੇਰੇ ਮਦਰ ਇਨ ਲੋ ਨੇ, ਉਹਨਾਂ ਦੀ ਪੂਰੀ ਸਪੋਰਟ ਰਹੀ ਆ। ਮੇਰੀ ਇੱਕ ਜਿਹੜੀ ਜਨਮ ਦੇਣ ਵਾਲੀ ਮਾਂ ਸੀ ਉਹ ਚਲੇ ਗਏ, ਤਾਂ ਉਸ ਤੋਂ ਬਾਅਦ ਮੇਰੇ ਜਿਹੜੇ ਮਦਰ ਇਨ ਲੋ ਨੇ, ਉਹਨਾਂ ਨੇ ਮੈਨੂੰ ਕਦੀ ਇਹ ਫੀਲ ਨਹੀਂ ਹੋਣ ਦਿੱਤਾ ਵੀ ਬੇਟਾ ਤੇਰੀ ਮੰਮੀ ਨਹੀਂ ਹੈ, ਤੇ ਉਹਨਾਂ ਨੇ ਮੰਮੀ ਦਾ ਪੂਰਾ ਰੋਲ ਅਦਾ ਕੀਤਾ ਆ। ਉਹਨਾਂ ਨੇ ਕਦੀ ਮੈਨੂੰ ਕਿਸੇ ਚੀਜ਼ ਤੋਂ ਨਹੀਂ ਰੋਕਿਆ ਵੀ ਆਹ ਚੀਜ਼ ਨਹੀਂ ਕਰਨੀ, ਉਹ ਨਹੀਂ ਕਰਨੀ। ਮੇਰੀਆਂ ਸਿਸਟਰ ਇਨ ਲੌਸ ਨੇ, ਉਹ ਵੀ ਮੇਰਾ ਪੂਰਾ ਸਹਿਯੋਗ ਦਿੰਦੀਆਂ। ਜਦੋਂ ਜਾਂਦੇ ਆ ਤਾਂ ਬੜਾ ਕ੍ਰੀਏਟਿਵ ਜਿਹਾ ਮਾਹੌਲ ਹੁੰਦਾ ਆ ਘਰ ਦੇ ਵਿੱਚ ਵੀ, ਹਾਂ ਤੁਸੀਂ ਘੋੜੇ ਤੇ ਬੈਠ ਜਾਂਦੇ ਹੋ, ਅੱਜ ਘੋੜੇ ਨੇ ਕੀ ਕੀਤਾ, ਫਿਰ ਇੱਦਾਂ ਕੀਤਾ, ਉੱਦਾਂ ਕੀਤਾ। ਮੇਰੀ ਗਰਲ ਬੇਬੀ ਹੈ ਜਿਹੜੀ, ਉਹ ਵੀ ਹਰ ਟਾਈਮ ਜਦੋਂ ਮੈਂ ਇੱਥੋਂ ਘੋੜੇ ਤੋਂ ਵਾਪਸ ਜਾਂਦੀ ਹਾਂ, ਡੇਲੀ ਦਾ ਸ਼ੈਡਿਊਲ ਜਿਹੜਾ ਮੇਰਾ ਆ, ਜਦੋਂ ਮੈਂ ਆਪਣੇ ਘਰੇ ਵਾਪਸ ਪਰਤਦੀ ਹਾਂ ਤਾਂ ਉਹ ਜ਼ਰੂਰ ਪੁੱਛਦੀ ਆ, ਮੰਮਾ ਅੱਜ ਘੋੜੇ ਨੇ ਕੀ ਕੀਤਾ। ਫਿਰ ਤੁਸੀਂ ਔਰ ਤੁਹਾਡਾ ਕੰਮ ਜਿਹੜਾ ਹੈ ਬਹੁਤ ਵੱਡੀ ਮੋਟੀਵੇਸ਼ਨ ਹੈ, ਬਹੁਤ ਵੱਡਾ ਉਤਸ਼ਾਹ ਹੈ ਦੇਖਣ ਵਾਲਿਆਂ ਲਈ। ਸਾਡੀਆਂ ਕੁੜੀਆਂ, ਸਾਡੀਆਂ ਭੈਣਾਂ, ਸਾਡੇ ਨੌਜਵਾਨ ਜਿਹੜੇ ਇਸ ਪ੍ਰੋਗਰਾਮ ਨੂੰ ਦੇਖ ਰਹੇ ਨੇ, ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਮੈਮ ਕੁੜੀਆਂ ਵਾਸਤੇ ਸਪੈਸ਼ਲੀ ਕਹਿਣਾ ਚਾਹਾਂਗੀ ਵੀ ਅੱਜ ਕੱਲ੍ਹ ਕੋਈ ਵੀ ਚੀਜ਼ ਇੱਦਾਂ ਦੀ ਨਹੀਂ ਹੈ ਜਿਹੜੀ ਤੁਸੀਂ ਨਹੀਂ ਹਾਸਿਲ ਕਰ ਸਕਦੇ। ਅਗਰ ਤੁਹਾਡੇ ਅੰਦਰ ਜਜ਼ਬਾ ਆ ਤਾਂ ਤੁਸੀਂ ਹਰੇਕ ਚੀਜ਼ ਹਾਸਿਲ ਕਰ ਸਕਦੇ ਹੋ। ਉਹ ਵੀ ਲੜਕੀਆਂ ਹੀ ਆ ਜਿਹੜੀਆਂ ਜਹਾਜ਼ ਚਲਾ ਰਹੀਆਂ ਨੇ, ਉਹ ਵੀ ਲੜਕੀਆਂ ਹੀ ਆ ਜਿਹੜੀਆਂ ਟ੍ਰੇਨ ਚਲਾ ਰਹੀਆਂ ਨੇ, ਔਰ ਇੱਕ ਮੈਂ ਆ ਜਿਹੜੀ ਹਾਰਸ ਰਾਈਡਿੰਗ ਕਰ ਰਹੀ ਹਾਂ। ਸੋ ਇਸ ਲਈ ਅਗਰ ਤੁਸੀਂ ਕੁਝ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਅੰਦਰ ਜਜ਼ਬਾ ਚਾਹੀਦਾ। ਬੇਸ਼ੱਕ ਤੁਹਾਨੂੰ ਸਪੋਰਟ ਹੋਵੇ ਚਾਹੇ ਨਾ ਹੋਵੇ, ਪਰਮਾਤਮਾ ਦਾ ਹੱਥ ਤੁਹਾਡੇ ਉੱਤੇ ਹੋਣਾ ਚਾਹੀਦਾ, ਪਰਮਾਤਮਾ ਦੀ ਰਹਿਮਤ ਹੋਣੀ ਚਾਹੀਦੀ ਆ ਪੂਰੀ। ਅਗਰ ਕਹਿੰਦੇ ਵੀ ਉਸ ਜਗ੍ਹਾ 'ਤੇ ਵੀ ਫੁੱਲ ਉੱਗ ਜਾਂਦੇ ਜਿਹੜੇ ਸੁੱਕੇ ਰੁੱਖ ਹੁੰਦੇ ਨੇ, ਜੇ ਪਰਮਾਤਮਾ ਦੀ ਰਹਿਮਤ ਹੋਵੇ ਬਿਨਾਂ ਪਾਣੀ ਵੀ ਫੁੱਲ ਖਿਲ ਜਾਂਦੇ ਨੇ। ਆਸ਼ੀਸ਼ ਹੋਰਾਂ ਦੀ ਗੱਲਾਂ ਜਿੱਥੇ ਸਾਨੂੰ ਦਿਲਚਸਪ ਵੀ ਲੱਗੀਆਂ, ਉੱਥੇ ਮਾਣ ਭਰੀਆਂ ਵੀ ਲੱਗੀਆਂ। ਔਰ ਸਾਨੂੰ ਖੁਸ਼ੀ ਹੈ ਕਿ ਇੱਕ ਕੁੜੀ ਜਿਹੜੀ ਇੱਕ ਵੱਖਰੇ ਖੇਤਰ ਵਿੱਚ ਹਿੰਮਤ ਤੇ ਦਲੇਰੀ ਕਰਕੇ ਆਈ, ਉਹਨੇ ਆਪਣਾ ਨਾਮ ਕਮਾਇਆ। ਤੇ ਹੋਰ ਵੀ ਜ਼ਿਆਦਾ ਖੁਸ਼ੀ ਹੈ ਕਿ ਉਹਨਾਂ ਨੂੰ ਮਹਿਕਮੇ ਦੇ ਨਾਲ ਨਾਲ ਉਹਨਾਂ ਦੇ ਅਫਸਰ ਸਹਿਬਾਨ ਦੇ ਨਾਲ ਪਰਿਵਾਰ ਦਾ ਸਾਥ ਵੀ ਹੈ, ਖੁਸ਼ੀ ਵੀ ਹੈ। ਆਸ਼ੀਸ਼ ਜੀ, ਆਪਣਾ ਤਜਰਬਾ ਸਾਂਝਾ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ, ਮਿਹਰਬਾਨੀ।